ਪਿਆਰ ਤੋਂ ਬਿਨਾਂ ਕਿਸੇ ਵੀ ਇਨਕਲਾਬ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਮਨੁੱਖ ਨੂੰ ਪਿਆਰ ਤੋਂ ਵਿਰਵਾ ਨਹੀਂ ਕੀਤਾ ਜਾ ਸਕਦਾ। ਮਨੁੱਖ ਚਾਹੇ ਕਿਤੇ ਵੀ ਹੋਵੇ, ਕੁਝ ਵੀ ਕਰ ਰਿਹਾ ਹੋਵੇ, ਪਿਆਰ ਦੀ ਭਾਵਨਾ ਹੀ ਉਸ ਨੂੰ ਜੱਦੋਜਹਿਦ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਜਦੋਂ ਅਰਨੈਸਟੋ ਚੀ ਗਵੇਰਾ ਦੀ ਇਸ ਭਾਵਨਾ ਨੂੰ ਅੱਜ ਦੇ ਨੌਜਵਾਨਾਂ ਦੇ ਨਾਲ ਜੋੜ ਕੇ ਦੇਖਦੇ ਆ ਤਾਂ ਅੱਜ ਦੇ ਨੌਜਵਾਨਾਂ ਦੀ ਦੌੜ ਹੁੰਦੀ ਆ ਇੱਕ ਚੰਗਾ ਘਰ, ਇੱਕ ਸੋਹਣੀ ਜ਼ਿੰਦਗੀ, ਪੈਸੇ ਧੇਲੇ ਵਾਲੀ, ਐਸ਼ੋ ਇਸ਼ਰਤ ਦੇ ਵਾਲੀ। सब कुछ ਹੁੰਦਿਆਂ ਵੀ सब कुछ त्याग के अपना मोटरसाइकिल ਚੱਕਿਆ ਤੇ ਪੂਰੀ ਦੁਨੀਆ ਦੇ ਵਿੱਚ ਨਿਕਲ ਪਿਆ। ਕ੍ਰਾਂਤੀ ਉਸ ਦਾ ਜਨੂਨ ਸੀ। 50-60 ਦੇ ਦਹਾਕੇ ਦੇ ਵਿੱਚ ਜਿੱਥੇ ਉਹ ਅਮਰੀਕਾ ਦੇ ਲਈ ਸਿਰਦਰਦੀ ਬਣਿਆ ਹੋਇਆ ਸੀ, ਉੱਥੇ ਹੀ ਉਹ ਕਿਊਬਾ ਦਾ ਸਭ ਤੋਂ ਵੱਧ ਪਸੰਦੀਦਾ ਨੌਜਵਾਨ ਸੀ ਕਿ ਜਦ ਮੈਂ ਮਰ ਰਿਹਾ ਹੋਵਾਂਗਾ ਆਪਣੇ ਆਖਰੀ ਸਮੇਂ ਤੇ ਵੀ ਮੈਂ ਸਿਰਫ ਤੇ ਸਿਰਫ ਇਨਕਲਾਬ ਬਾਰੇ ਸੋਚ ਰਿਹਾ ਹੋਵਾਂਗਾ। ਸੱਚਾ ਇਨਕਲਾਬੀ ਪਿਆਰ ਦੀ ਮਹਾਨ ਭਾਵਨਾ ਤੋਂ ਸੇਧਿਤ ਹੁੰਦਾ। ਇਸ ਗੁਣ ਤੋਂ ਬਿਨਾਂ ਸੱਚੇ ਇਨਕਲਾਬੀ ਦੀ ਕਲਪਨਾ ਕਰਨਾ ਵੀ ਅਸੰਭਵ ਆ। ਇਹ ਕਹਿਣਾ ਮਹਾਨ ਅਰਨੈਸਟੋ ਚੀ ਗਵੇਰਾ ਦਾ, ਜੋ ਪੂਰੀ ਦੁਨੀਆ ਦਾ ਮਹਾਨਾਇਕ ਆ ਤੇ ਖਾਸ ਕਰਕੇ ਨੌਜਵਾਨਾਂ ਦੀ ਪਹਿਲੀ ਪਸੰਦ ਆ। ਅਰਨੈਸਟੋ ਚੀ ਗਵੇਰਾ ਦਾ ਕਹਿਣਾ ਕਿ ਪਿਆਰ ਤੋਂ ਬਿਨਾਂ ਕਿਸੇ ਵੀ ਇਨਕਲਾਬ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਰਨੈਸਟੋ ਚੀ ਗਵੇਰਾ ਦੀ ਇਹੀ ਗੱਲ ਆ ਜਿਹੜੀ ਉਹ ਨੌਜਵਾਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਕਿਉਂਕਿ ਪਿਆਰ ਦੀ ਭਾਵਨਾ ਹੀ ਬੰਦੇ ਨੂੰ ਸੰਵੇਦਨਸ਼ੀਲ ਬਣਾਉਂਦੀ ਆ, ਉਸ ਨੂੰ ਨਿੱਜ ਤੋਂ ਉੱਪਰ ਉੱਠ ਕੇ ਸਮੂਹ ਦੇ ਹਿੱਤਾਂ ਨਾਲ ਜੋੜਦੀ ਆ, ਕਿਸੇ ਮਕਸਦ ਦੇ ਨਾਲ ਜੋੜਦੀ ਆ। ਅਕਸਰ ਹੀ ਜਦੋਂ ਅਸੀਂ ਆਪਣੀਆਂ ਖੱਬੇ ਪੱਖੀ ਧਿਰਾਂ ਦੇ ਵਿੱਚ ਪਿਆਰ ਦੇ ਮਸਲੇ ਤੇ ਗੱਲ ਕਰਦੇ ਹਾਂ ਤਾਂ ਉੱਥੇ ਇੰਨੀ ਸਪੇਸ ਨਹੀਂ ਹੁੰਦੀ। ਉੱਥੇ ਪਿਆਰ ਨੂੰ ਤੇ ਇਨਕਲਾਬ ਨੂੰ ਵੱਖ-ਵੱਖ ਕਰਕੇ ਦੇਖਿਆ ਜਾਂਦਾ ਤੇ ਸ਼ਾਇਦ ਇਹੀ ਕਾਰਨ ਆ ਕਿ ਨੌਜਵਾਨ ਨੇ ਜਿਹੜੇ ਉਹਨਾਂ ਤੋਂ ਸੰਤੁਸ਼ਟ ਨਹੀਂ ਹੁੰਦੇ। ਅਰਨੈਸਟੋ ਚੀ ਗਵੇਰਾ ਦੀ ਇਸ ਗੱਲ ਦੇ ਵਿੱਚ ਦਮ ਆ ਕਿਉਂਕਿ ਮਨੁੱਖ ਨੂੰ ਪਿਆਰ ਤੋਂ ਵਿਰਵਾ ਨਹੀਂ ਕੀਤਾ ਜਾ ਸਕਦਾ। ਮਨੁੱਖ ਚਾਹੇ ਕਿਤੇ ਵੀ ਹੋਵੇ, ਕੁਝ ਵੀ ਕਰ ਰਿਹਾ ਹੋਵੇ, ਪਿਆਰ ਦੀ ਭਾਵਨਾ ਹੀ ਉਸ ਨੂੰ ਜੱਦੋਜਹਿਦ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਅਰਨੈਸਟੋ ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਵਿੱਚ ਹੋਇਆ। ਪੇਸ਼ੇ ਤੋਂ ਇੱਕ ਡਾਕਟਰ ਸੀ, ਪਰ ਉਹ ਪਹਿਲਾ ਅਜਿਹਾ ਨੌਜਵਾਨ ਇਨਕਲਾਬੀ ਸੀ ਜਿਸ ਨੇ ਆਪਣੇ ਪੇਸ਼ੇ ਨੂੰ ਇਨਕਲਾਬ ਦੇ ਨਾਲ ਜੋੜਿਆ। ਮਜ਼ਦੂਰਾਂ, ਕਿਰਤੀਆਂ ਨੂੰ, ਬੇਸਹਾਰਿਆਂ ਨੂੰ ਉਹਨਾਂ ਦੀਆਂ ਬਸਤੀਆਂ ਦੇ ਵਿੱਚ ਜਾ ਕੇ ਉਹਨਾਂ ਦਾ ਫ੍ਰੀ ਇਲਾਜ ਕਰਦਾ। ਨਾ ਸਿਰਫ ਉਹਨਾਂ ਦਾ ਇਲਾਜ ਕਰਦਾ ਬਲਕਿ ਉਹਨਾਂ ਨੂੰ ਇਨਕਲਾਬ ਦੇ ਨਾਲ ਜੋੜਦਾ, ਉਹਨਾਂ ਦੇ ਨਾਲ ਕ੍ਰਾਂਤੀ ਦੀ ਗੱਲ ਕਰਦਾ। ਜਦੋਂ ਅਰਨੈਸਟੋ ਚੀ ਗਵੇਰਾ ਦੀ ਇਸ ਭਾਵਨਾ ਨੂੰ ਅੱਜ ਦੇ ਨੌਜਵਾਨਾਂ ਦੇ ਨਾਲ ਜੋੜ ਕੇ ਦੇਖਦੇ ਆ ਤਾਂ ਅੱਜ ਦੇ ਨੌਜਵਾਨਾਂ ਦੀ ਦੌੜ ਹੁੰਦੀ ਆ ਇੱਕ ਚੰਗਾ ਘਰ, ਇੱਕ ਸੋਹਣੀ ਜ਼ਿੰਦਗੀ, ਪੈਸੇ ਧੇਲੇ ਵਾਲੀ, ਐਸ਼ੋ ਇਸ਼ਰਤ ਦੇ ਵਾਲੀ। ਤੇ ਅਰਨੈਸਟੋ ਚੀ ਗਵੇਰਾ ਅਜਿਹਾ ਨਾਇਕ ਆ ਜਿਸ ਨੇ ਇਸ ਜ਼ਿੰਦਗੀ ਨੂੰ ਲੱਤ ਮਾਰ ਕੇ ਸਭ ਕੁਝ ਹੁੰਦਿਆਂ ਵੀ ਸਭ ਕੁਝ ਤਿਆਗ ਕੇ ਆਪਣਾ ਮੋਟਰਸਾਈਕਲ ਚੱਕਿਆ ਤੇ ਪੂਰੀ ਦੁਨੀਆ ਦੇ ਵਿੱਚ ਨਿਕਲ ਪਿਆ ਲੋਕਾਂ ਦੀ ਸੇਵਾ ਕਰਨ ਦੇ ਲਈ, ਉਹਨਾਂ ਨੂੰ ਇਨਕਲਾਬ ਦੇ ਨਾਲ ਜੋੜਨ ਦੇ ਲਈ। ਉਹ ਆਪ ਕਹਿੰਦਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਪੇਸ਼ੇ ਤੋਂ ਡਾਕਟਰ ਬਣਨਾ ਚਾਹੁੰਦਾ ਸੀ, ਪਰ ਮੈਂ ਮਹਿਸੂਸ ਕੀਤਾ ਕਿ ਇਕੱਲੀਆਂ ਦਵਾਈਆਂ ਮਨੁੱਖਤਾ ਨੂੰ ਨਹੀਂ ਬਚਾ ਸਕਦੀਆਂ। ਤੇ ਉਹ ਨਿਕਲ ਪਿਆ ਕਿਰਤੀਆਂ ਦੀਆਂ ਬਸਤੀਆਂ ਦੇ ਵਿੱਚ ਉਹਨਾਂ ਨੂੰ ਵੱਡੇ ਮਕਸਦ ਦੇ ਨਾਲ ਜੋੜਨ ਦੇ ਲਈ। ਉਹ ਉਹਨਾਂ ਦੀ ਬੇਇਨਸਾਫੀਆਂ ਦੇ ਨਾਲ ਭਰੀ ਹੋਈ ਜ਼ਿੰਦਗੀ ਨੂੰ ਦੇਖ ਕੇ ਤੜਫ ਉੱਠਿਆ, ਉਹਨਾਂ ਦਾ ਇਲਾਜ ਕਰਦਾ, ਉਹਨਾਂ ਨੂੰ ਇਨਕਲਾਬ ਦੇ ਨਾਲ ਜੋੜਦਾ। ਗੁਆਟੇਮਾਲਾ ਦੇ ਵਿੱਚ ਹੋਏ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੈਕਸੀਕੋ ਭੇਜ ਦਿੱਤਾ ਗਿਆ। ਪਰ ਸ਼ਰਨਾਰਥੀ ਕੈਂਪਾਂ ਦੇ ਵਿੱਚ ਰਹਿੰਦਿਆਂ ਵੀ ਉਹ ਲੋਕਾਂ ਦੀ ਸੇਵਾ ਕਰਦਾ ਰਿਹਾ। ਉੱਥੇ ਉਹ ਹੋਰ ਇਨਕਲਾਬੀਆਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਉਸਨੇ ਆਪਣੀ ਅਗਲੀ ਰਣਨੀਤੀ ਤੈਅ ਕੀਤੀ। 31 ਦਸੰਬਰ 1950 ਨੂੰ ਜਦੋਂ ਕਿਊਬਾ ਦੇ ਵਿੱਚ ਮਹਾਨ ਕ੍ਰਾਂਤੀ ਦੀ ਜਿੱਤ ਹੋਈ ਤਾਂ ਉੱਥੇ ਰਾਜ ਪਲਟਾ ਹੋਇਆ। ਫਿਦਲ ਕਾਸਤਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤੇ ਚੀ ਗਵੇਰਾ ਉਦਯੋਗਿਕ ਮੰਤਰੀ ਬਣਿਆ। ਮੰਤਰੀ ਮੰਡਲ 'ਚ ਹੁੰਦਿਆਂ ਵੀ ਉਹ ਫੈਕਟਰੀਆਂ ਦੇ ਵਿੱਚ ਚਲਾ ਜਾਂਦਾ, ਮਜ਼ਦੂਰਾਂ ਦੇ ਨਾਲ ਕੰਮ ਕਰਦਾ, ਉਹਨਾਂ ਦੀਆਂ ਹਾਲਤਾਂ ਦੇ ਬਾਰੇ ਜਾਣਦਾ। ਉਸਨੇ ਕਿਊਬਾ ਦਾ ਲੋਕ ਰਾਜ ਦਾ ਸ਼ੀਸ਼ਾ ਪੂਰੀ ਦੁਨੀਆ ਨੂੰ ਦਿਖਾਇਆ। 1965 ਵਿੱਚ ਉਹ ਅਚਾਨਕ ਗਾਇਬ ਹੋ ਗਿਆ ਤਾਂ ਹਰ ਪਾਸੇ ਖਲਬਲੀ ਮਚ ਗਈ। ਫਿਦਲ ਕਾਸਤਰੋ ਨੂੰ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ, ਮੈਂ ਇਹ ਨਹੀਂ ਜਾਣਦਾ ਕਿ ਉਹ ਕਿੱਥੇ ਹੋਏਗਾ, ਪਰ ਇੰਨਾ ਜ਼ਰੂਰ ਕਹਿ ਸਕਦਾ ਜਿੱਥੇ ਉਸਦੀ ਲੋੜ ਹੋਵੇਗੀ ਯਕੀਨਨ ਉਹ ਉੱਥੇ ਹੋਏਗਾ। ਅਮਰੀਕਾ ਦੀਆਂ ਖੁਫੀਆ ਏਜੰਸੀਆਂ ਉਸ ਦਾ ਤੇਜ਼ੀ ਦੇ ਨਾਲ ਪਿੱਛਾ ਕਰ ਰਹੀਆਂ ਸੀ ਕਿਉਂਕਿ ਉਹ ਅਜਿਹਾ ਇਨਕਲਾਬੀ ਨੌਜਵਾਨ ਸੀ ਜੋ ਅਮਰੀਕਾ ਦੇ ਲਈ ਸਿਰਦਰਦੀ ਬਣਿਆ ਹੋਇਆ ਸੀ। 50-60 ਦੇ ਦਹਾਕੇ ਦੇ ਵਿੱਚ ਜਿੱਥੇ ਉਹ ਅਮਰੀਕਾ ਦੇ ਲਈ ਸਿਰਦਰਦੀ ਬਣਿਆ ਹੋਇਆ ਸੀ, ਉੱਥੇ ਹੀ ਉਹ ਕਿਊਬਾ ਦਾ ਸਭ ਤੋਂ ਵੱਧ ਪਸੰਦੀਦਾ ਨੌਜਵਾਨ ਸੀ। ਉਸ ਨੂੰ ਨੌਜਵਾਨਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ, ਉਸ ਨੂੰ ਲੋਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ। ਉਹ ਲੋਕਾਂ ਦੀ ਪਹਿਲੀ ਪਸੰਦ ਸੀ ਕਿਉਂਕਿ ਉਹ ਅਜਿਹਾ ਨੌਜਵਾਨ ਇਨਕਲਾਬੀ ਸੀ ਜਿਸ ਨੇ ਕਿਊਬਾ ਨੂੰ ਸੋਵੀਅਤ ਯੂਨੀਅਨ ਦੇ ਬਰਾਬਰ ਲਿਆ ਕੇ ਖੜਾ ਕੀਤਾ। ਫਿਦਲ ਕਾਸਤਰੋ ਦੇ ਨਾਲ ਮੁਲਾਕਾਤ ਤੋਂ ਬਾਅਦ ਉਸਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ। ਉਸਦਾ ਕਹਿਣਾ ਸੀ ਕਿ ਜਦ ਮੈਂ ਮਰ ਰਿਹਾ ਹੋਵਾਂਗਾ ਆਪਣੇ ਆਖਰੀ ਸਮੇਂ ਤੇ ਵੀ ਮੈਂ ਸਿਰਫ ਤੇ ਸਿਰਫ ਇਨਕਲਾਬ ਬਾਰੇ ਸੋਚ ਰਿਹਾ ਹੋਵਾਂਗਾ, ਕ੍ਰਾਂਤੀ ਬਾਰੇ ਸੋਚ ਰਿਹਾ ਹੋਵਾਂਗਾ। ਕ੍ਰਾਂਤੀ ਉਸਦਾ ਜਨੂਨ ਸੀ। ਉਸਦੀਆਂ ਕੁਝ ਗੱਲਾਂ ਐਸੀਆਂ ਵੀ ਨੇ ਜੋ ਨੌਜਵਾਨਾਂ ਦੇ ਲਈ ਰਾਹ ਦਸੇਰਾ ਬਣੀਆਂ,
ਜਦੋਂ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਉਸ ਨੂੰ ਬੋਲਵੀਆ ਦੇ ਜੰਗਲਾਂ ਦੇ ਵਿੱਚ ਲੱਭ ਰਹੀਆਂ ਸਨ, ਉਸ ਨੂੰ ਘੇਰਾ ਪਾਇਆ ਗਿਆ, ਉਸ ਨੂੰ ਫੜ ਲਿਆ ਗਿਆ, ਉਸ ਨੂੰ ਗੋਲੀ ਦਾ ਹੁਕਮ ਹੋ ਗਿਆ। ਕਮਾਂਡਰ ਵੱਲੋਂ ਉਸ ਤੇ ਨਿਸ਼ਾਨਾ ਸਾਧ ਲਿਆ ਗਿਆ, ਪਰ ਕਮਾਂਡਰ ਨੇ ਵੇਖਿਆ ਕਿ ਉਸ ਵੇਲੇ ਵੀ ਉਹ ਕੁਝ ਸੋਚ ਰਿਹਾ ਸੀ। ਕਮਾਂਡਰ ਤੋਂ ਪੁੱਛਿਆ ਗਿਆ ਕਿ ਇਸ ਵੇਲੇ ਉਹ ਕੀ ਸੋਚ ਰਿਹਾ, ਆਪਣੇ ਆਖਰੀ ਸਮੇਂ ਤੇ ਆ ਪਰ ਕੀ ਸੋਚ ਰਿਹਾ? ਤਾਂ ਉਸ ਦਾ ਜਵਾਬ ਸੀ, ਮੈਂ ਸੋਚ ਰਿਹਾ ਕਿ ਜਦੋਂ ਸਾਡੇ ਲੋਕ ਜ਼ੁਲਮ ਦੇ ਖਿਲਾਫ ਇਕੱਠੇ ਹੋ ਜਾਣਗੇ ਤਾਂ ਉਹ ਤੁਹਾਨੂੰ ਤਹਿਸ-ਨਹਿਸ ਕਰ ਦੇਣਗੇ। ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਦੁਨੀਆ ਦਾ ਮਹਾਨਾਇਕ ਮੌਤ ਦੀ ਆਗੋਸ਼ ਵਿੱਚ ਚਲਾ ਗਿਆ। ਆਪਣੀ ਮੌਤ ਤੋਂ ਪਹਿਲਾਂ ਉਹ ਕਿਊਬਾ ਦਾ ਹਰਮਨ ਪਿਆਰਾ ਨੇਤਾ ਸੀ ਤੇ ਮੌਤ ਤੋਂ ਬਾਅਦ ਉਹਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਹੋ ਗਈ, ਥਾਂ-ਥਾਂ ਤੇ ਉਸਦੇ ਚਰਚੇ ਹੋ ਗਏ। ਉਹ ਅਜਿਹਾ ਇਨਕਲਾਬੀ ਸੀ ਜਿਹੜਾ ਜਦੋਂ ਕਿਊਬਾ ਦੇ ਵਿੱਚ ਹਾਲਾਤ ਠੀਕ ਹੋਏ, ਜਦੋਂ ਕਿਊਬਾ ਦੇ ਵਿੱਚ ਉਹਨਾਂ ਦੇ ਪੱਖੀ ਸਰਕਾਰ ਬਣ ਗਈ, ਤਾਂ ਉਸ ਤੋਂ ਬਾਅਦ ਉਹ ਹੋਰ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਿਕਲ ਤੁਰਿਆ। ਆਪਣੀ ਮੌਤ ਤੋਂ ਬਾਅਦ ਉਹ ਪੂਰੀ ਦੁਨੀਆ ਦੇ ਤਬਦੀਲੀ ਪਸੰਦ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ, ਉਹਨਾਂ ਦਾ ਨਾਇਕ ਬਣਿਆ। ਜਵਾਨ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਐਸ਼ੋ ਆਰਾਮ ਨੂੰ ਲੱਤ ਮਾਰ ਕੇ ਲੋਕਾਂ ਦੇ ਲਈ ਨਿਕਲ ਤੁਰਨਾ, ਲੋਕਾਂ ਦੀ ਸੇਵਾ ਕਰਨਾ, ਉਹਨਾਂ ਨੂੰ ਇਨਕਲਾਬ ਦੇ ਨਾਲ ਜੋੜਨਾ, ਵੱਡੇ ਮਕਸਦਾਂ ਲਈ ਜੋੜਨਾ ਉਸ ਦਾ ਜਨੂਨ ਸੀ। ਅੱਜ 14 ਜੂਨ ਨੂੰ ਮਹਾਨ ਇਨਕਲਾਬੀ ਅਰਨੈਸਟੋ ਚੀ ਗਵੇਰਾ ਦਾ ਜਨਮ ਦਿਨ ਹੈ ਤੇ ਉਸਦੇ ਜਨਮ ਦਿਨ ਤੇ ਉਸਦੇ ਹੀ ਇੱਕ ਵਿਚਾਰ ਦੇ ਨਾਲ ਅੱਜ ਦੀ ਗੱਲਬਾਤ ਖਤਮ ਕਰਾਂਗੇ। ਜਦੋਂ ਤੁਸੀਂ ਆਪਣੇ ਆਸ-ਪਾਸ ਹੁੰਦੀ ਕਿਸੇ ਵੀ ਬੇਇਨਸਾਫੀ ਨੂੰ ਦੇਖ ਕੇ ਕੰਬ ਉੱਠਦੇ ਹੋ ਤਾਂ ਤੁਸੀਂ ਮੇਰੇ ਸਾਥੀ ਹੋ।